ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰਨ ਜਾ ਰਹੇ ਹਾਂ 5ਵੀਂ ਜਮਾਤ ਸਵਾਗਤ ਜ਼ਿੰਦਗੀ ਕਿਤਾਬ ਦਾ 7ਵਾਂ ਪਾਠ ਜਿਹਦਾ ਨਾਮ ਹੈ ਸਹਿਯੋਗ। ਆਓ ਪੜ੍ਹਦੇ ਹਾਂ ਇਸ ਪਾਠ ਬਾਰੇ। ਊੜਾ ਮਦਦ ਕਰੋ ਚੰਗੇ ਬਣੋ। ਇਹ ਬਹੁਤ ਜ਼ਰੂਰੀ ਹੈ ਵੀ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਨਿਸਵਾਰਥ ਭਾਵਨਾ ਦੇ ਨਾਲ ਤੇ ਆਪਾਂ ਆਪਣੇ ਆਪ ਚੰਗੇ ਹੋ ਜਾਵਾਂਗੇ ਉਸ ਤੋਂ ਬਾਅਦ, ਹੈ ਕਿ ਨਹੀਂ? ਸਾਰੇ ਸਾਨੂੰ ਪਸੰਦ ਵੀ ਕਰਨਗੇ। ਇੱਕ ਕਹਾਣੀ ਹੈ ਬੱਚਿਓ। ਤਾਂ ਇੱਕ ਪਿਤਾ ਨੇ ਆਪਣੇ ਦੋ ਪੁੱਤਰਾਂ ਨੂੰ ਕਿਹਾ ਕਿ ਮੈਂ ਵੇਖਣਾ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਚੰਗਾ ਕਿਹੜਾ ਹੈ। ਤੇ ਪਿਤਾ ਜੀ ਨੇ ਆਪਣੇ ਪੁੱਤਰਾਂ ਨੂੰ ਕਿਹਾ ਵੀ ਮੈਂ ਹੁਣ ਦੇਖਣਾ ਚਾਹੁੰਦਾ, ਪਰਖਣਾ ਚਾਹੁੰਦਾ ਵੀ ਦੋਨਾਂ ਵਿੱਚੋਂ ਸਮਝਦਾਰ ਵਧੀਆ ਕਿਹੜਾ ਹੈ। ਇਸ ਕੰਮ ਲਈ ਮੈਂ ਤੁਹਾਨੂੰ 1 ਸਾਲ ਦਾ ਸਮਾਂ ਦਿੰਦਾ ਹਾਂ। ਇਸ ਸਾਲ ਦੌਰਾਨ ਤੁਸੀਂ ਚੰਗੇ ਕੰਮ ਕਰਨੇ ਹਨ। ਸਾਲ ਬਾਅਦ ਮੈਂ ਵੇਖਣਾ ਹੈ ਕਿ ਤੁਸੀਂ ਕਿਹੜੇ-ਕਿਹੜੇ ਕੰਮ ਕੀਤੇ ਸਨ। ਉਹਨਾਂ ਕੰਮਾਂ ਤੋਂ ਤੁਹਾਡੀ ਚੰਗਿਆਈ ਦਾ ਪਤਾ ਲੱਗੇਗਾ। ਤਾਂ ਪਿਤਾ ਜੀ ਨੇ ਕਿਹਾ ਵੀ ਪੁੱਤ ਹੁਣ ਤੁਹਾਡੇ ਦੋਵਾਂ ਨੂੰ ਮੈਂ 1 ਸਾਲ ਦਾ ਸਮਾਂ ਦਿੰਦਾ ਤੇ ਇਸ ਸਾਲ ਦੇ ਵਿੱਚ ਤੁਸੀਂ ਜਿੰਨੇ ਵੀ ਵਧੀਆ ਕੰਮ ਕਰ ਸਕਦੇ ਹੋ ਕਰੋ। ਉਸ ਤੋਂ ਬਾਅਦ ਉਹਨਾਂ ਦੀ ਰੁਚੀ ਬਣਾ ਕੇ ਲੈ ਆਇਓ। ਆਪਾਂ ਦੇਖਾਂਗੇ ਵੀ ਪਤਾ ਲਾਵਾਂਗੇ ਵੀ ਕਿਹੜੇ-ਕਿਹੜੇ ਕੰਮ ਤੁਸੀਂ ਵਧੀਆ ਕੀਤੇ। ਦੋਵੇਂ ਪੁੱਤਰ ਆਪਣੇ ਪਿਤਾ ਜੀ ਤੋਂ ਆਗਿਆ ਲੈ ਕੇ ਆਪਣੇ ਕੰਮ ਕਰਨ ਲਈ ਤੁਰ ਪਏ। ਫਿਰ ਦੋਵੇਂ ਪੁੱਤ ਆਪਣਾ ਕੰਮ ਵਧੀਆ ਕਰਨ ਲਈ ਅੱਗੇ ਤੁਰ ਪਏ, ਆਸ਼ੀਰਵਾਦ ਲੈ ਕੇ ਆਪਣੇ ਪਿਤਾ ਜੀ ਕੋਲੋਂ। ਵੱਡੇ ਬੱਚੇ ਨੇ ਸੋਚਿਆ ਕਿ ਮੈਂ ਬਹੁਤ ਪੈਸਾ ਕਮਾਵਾਂਗਾ। ਮੇਰਾ ਕਮਾਇਆ ਪੈਸਾ ਵੇਖ ਕੇ ਪਿਤਾ ਜੀ ਬਹੁਤ ਖੁਸ਼ ਹੋਣਗੇ ਤੇ ਮੈਨੂੰ ਉਹ ਮੇਰੇ ਭਰਾ ਤੋਂ ਚੰਗਾ ਹੋਣ ਦਾ ਖਿਤਾਬ ਦੇਣਗੇ। ਤੇ ਵੱਡੇ ਭਰਾ ਨੇ ਸੋਚਿਆ, ਵੱਡੇ ਪੁੱਤ ਨੇ ਸੋਚਿਆ ਵੀ ਹੁਣ ਮੈਂ ਬਹੁਤ ਸਾਰੇ ਪੈਸੇ ਕਮਾ ਕੇ ਦਿਖਾਵਾਂਗਾ, ਆਪਣਾ ਹੁਨਰ ਦਿਖਾਵਾਂਗਾ ਤੇ ਇਸ ਤੋਂ ਬਾਅਦ ਇਹੀ ਹੋਏਗਾ ਸਿੱਟਾ ਇਹਦਾ ਵੀ ਪਿਤਾ ਜੀ ਮੈਨੂੰ ਜ਼ਿਆਦਾ ਪਿਆਰ ਕਰਨਗੇ ਮੇਰੇ ਛੋਟੇ ਭਰਾ ਤੋਂ। ਉਸਨੇ ਇੱਕ ਹੱਟੀ ਪਾ ਲਈ ਤੇ ਸ਼ਹਿਰੋਂ ਸਸਤਾ ਮਾਲ ਲਿਆ ਕੇ ਮਹਿੰਗੇ ਭਾਅ ਵੇਚਦਾ ਰਿਹਾ। 1 ਸਾਲ ਵਿੱਚ ਉਸਨੇ ਚੰਗਾ ਪੈਸਾ ਕਮਾ ਲਿਆ ਤੇ ਹੁਣ ਉਹਨੇ ਇੱਕ ਦੁਕਾਨ ਇਕੱਠੀ ਪਾ ਲਈ ਤੇ ਸ਼ਹਿਰੋਂ ਆਪ ਸਸਤਾ ਸਮਾਨ ਲੈ ਕੇ ਆਂਦਾ ਤੇ ਪਿੰਡ ਆ ਕੇ ਉਹਨੂੰ ਮਹਿੰਗੇ ਦਾ ਭਾਅ ਤੇ ਵੇਚਦਾ। ਛੋਟਾ ਬੇਟਾ ਖਾਲੀ ਹੱਥ ਜੰਗਲ ਨੂੰ ਤੁਰ ਪਿਆ ਤੇ ਛੋਟੇ ਵਾਲਾ ਖਾਲੀ ਹੱਥ ਵਿਚਾਰਾ ਜੰਗਲ ਵੱਲ ਨੂੰ ਤੁਰ ਪਿਆ। ਉਹ ਸ਼ਾਮ ਤੱਕ ਤੁਰਦਾ ਗਿਆ। ਰਸਤੇ ਵਿੱਚ ਉਸਨੂੰ ਇੱਕ ਬੁੱਢਾ ਤੇ ਬੁੱਢੀ ਮਿਲੇ। ਉਹ ਦੋਵੇਂ ਰੋ ਰਹੇ ਸਨ ਤੇ ਜੰਗਲ ਵਿੱਚ ਚਲਦੇ ਚਲਦੇ ਉਹਨੂੰ ਸ਼ਾਮ ਹੋ ਗਈ ਤੇ ਅਚਾਨਕ ਉਹਨੂੰ ਉੱਥੇ ਇੱਕ ਬਜ਼ੁਰਗ ਮਾਤਾ ਪਿਤਾ ਮਿਲੇ, ਬੁੱਢਾ ਅੰਕਲ ਤੇ ਬੁੱਢੀ ਆਂਟੀ ਮਿਲੇ ਤੇ ਉਹ ਦੋਵੇਂ ਬੈਠ ਕੇ ਰੋ ਰਹੇ ਸਨ। ਬਾਬਾ ਜੀ ਤੁਸੀਂ ਕਿਉਂ ਰੋ ਰਹੇ ਹੋ? ਮੁੰਡੇ ਨੇ ਪਿਆਰ ਨਾਲ ਬੁੱਢੇ ਤੇ ਬੁੱਢੀ ਨੂੰ ਪੁੱਛਿਆ ਤੇ ਛੋਟੇ ਪੁੱਤ ਨੇ ਬਜ਼ੁਰਗਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਰੋਂਦੇ ਪਏ ਹੋ? ਕੀ ਗੱਲ ਹੋ ਗਈ? ਜ਼ਹਿਰੀਲੇ ਸੱਪ ਦੇ ਡਸਣ ਕਰਕੇ ਸਾਡੇ ਨੌਜਵਾਨ ਬੇਟੇ ਦੀ ਮੌਤ ਹੋ ਗਈ ਹੈ। ਸਾਡਾ ਇੱਕੋ ਇੱਕ ਸਹਾਰਾ ਚਲਾ ਗਿਆ। ਹੁਣ ਅਸੀਂ ਭੁੱਖੇ ਮਰ ਜਾਵਾਂਗੇ। ਬੁੱਢਾ ਉੱਚੀ ਉੱਚੀ ਰੋਣ ਲੱਗ ਪਿਆ ਤੇ ਬਜ਼ੁਰਗ ਨੇ ਦੱਸਿਆ ਵੀ ਪੁੱਤ ਸੱਪ ਦੇ ਡਸਣ ਕਰਕੇ ਜ਼ਹਿਰ ਦੇ ਨਾਲ ਸਾਡਾ ਇੱਕੋ ਇੱਕ ਪੁੱਤ, ਇੱਕੋ ਇੱਕ ਸਹਾਰਾ ਮਰ ਗਿਆ। ਹੁਣ ਤਾਂ ਅਸੀਂ ਭੁੱਖੇ ਮਰ ਜਾਵਾਂਗੇ, ਕੋਈ ਦੇਖਣ ਵਾਲਾ ਹੈ ਹੀ ਨਹੀਂ ਸਾਨੂੰ ਮੁੜ। ਬਾਬਾ ਜੀ ਤੁਸੀਂ ਰੋਵੋ ਨਾ, ਮੈਨੂੰ ਆਪਣਾ ਪੁੱਤਰ ਹੀ ਸਮਝੋ, ਮੈਂ ਤੁਹਾਡੀ ਮਦਦ ਕਰਾਂਗਾ। ਉਹ ਮੁੰਡਾ ਬੁੱਢਾ ਬੁੱਢੀ ਨੂੰ ਉਹਨਾਂ ਦੇ ਘਰ ਲੈ ਗਿਆ। ਪੂਰਾ ਸਾਲ ਉਹ ਖੁਦ ਉਹਨਾਂ ਦੀ ਫਸਲ ਬਾੜੀ ਵੇਖਦਾ ਰਿਹਾ। ਜਦੋਂ ਫਸਲ ਪੱਕ ਗਈ ਤਾਂ ਦਾਣੇ ਕੱਢ ਕੇ ਉਹਨਾਂ ਦੇ ਘਰ ਸੁੱਟ ਦਿੱਤੇ। ਉਸ ਨੂੰ ਯਾਦ ਆਇਆ ਕਿ ਮੈਂ ਤਾਂ ਸਾਲ ਬਾਅਦ ਆਪਣੇ ਪਿਤਾ ਜੀ ਨੂੰ ਮਿਲਣਾ ਸੀ। ਉਹ ਬੁੱਢਾ ਤੇ ਬੁੱਢੀ ਨੂੰ ਅਗਲੀ ਫਸਲ ਬੀਜਣ ਤੱਕ ਮੁੜ ਆਉਣ ਦਾ ਕਹਿ ਕੇ ਆਪਣੇ ਪਿੰਡ ਵੱਲ ਚੱਲ ਪਿਆ ਤੇ 1 ਸਾਲ ਤੱਕ ਜਿਹੜਾ ਛੋਟਾ ਪੁੱਤ ਸੀ ਉਹ ਬਜ਼ੁਰਗਾਂ ਦੀ ਸੇਵਾ ਕਰਦਾ ਰਿਹਾ। ਉਹਨਾਂ ਦੇ ਖੇਤ ਦੇਖੇ, ਫਸਲ ਬੀਜੀ, ਦਾਣੇ ਕੱਢੇ ਤੇ ਉਹਨਾਂ ਦੇ ਘਰ ਸਿੱਟ ਕੇ ਜਦ 1 ਸਾਲ ਪੂਰਾ ਹੋ ਗਿਆ ਉਹਨੂੰ ਯਾਦ ਆਇਆ ਵੀ ਹੁਣ ਤਾਂ ਮੈਂ ਪਿਤਾ ਜੀ ਨੂੰ ਵੀ ਮਿਲਣਾ। ਉਹਨਾਂ ਨੇ 1 ਸਾਲ ਦਾ ਸਮਾਂ ਦਿੱਤਾ ਸੀ ਕੰਮ ਕਰਨ ਨੂੰ ਤੇ ਉਹਨੇ ਬਜ਼ੁਰਗਾਂ ਨੂੰ ਕਿਹਾ ਵੀ ਤੁਸੀਂ ਘਬਰਾਓ ਨਾ, ਮੈਂ ਅਗਲੇ ਸਾਲ ਫੇਰ ਆ ਜਾਵਾਂਗਾ ਜਦ ਆਪਾਂ ਫਸਲ ਬੀਜਣੀ ਹੋਏਗੀ। ਤੇ ਉਹ ਆਪਣੇ ਪਿੰਡ ਨੂੰ ਤੁਰ ਪਿਆ। ਉਹਨਾਂ ਦੇ ਪਿਤਾ ਨੇ ਸ਼ਾਮ ਨੂੰ ਦੋਵਾਂ ਪੁੱਤਰਾਂ ਨੂੰ ਇਕੱਠੇ ਕਰਕੇ ਉਹਨਾਂ ਦੁਆਰਾ ਕੀਤੇ ਕੰਮਾਂ ਬਾਰੇ ਪੁੱਛਿਆ। ਵੱਡੇ ਪੁੱਤਰ ਨੇ ਦੱਸਿਆ ਕਿ ਮੈਂ ਇੱਕ ਦੁਕਾਨ ਪਾ ਲਈ ਸੀ ਤੇ ਹੁਣ ਬਹੁਤ ਸਾਰਾ ਪੈਸਾ ਕਮਾ ਲਿਆ ਹੈ।
ਤੇ ਜਿਵੇਂ ਪਤਾ ਹੀ ਸੀ ਵੱਡੇ ਪੁੱਤ ਨੇ ਤਾਂ ਦੁਕਾਨ ਪਾ ਲਈ ਸੀ, ਹੱਟੀ ਪਾਈ ਸੀ, ਤੇ ਉਹ ਕਹਿੰਦਾ ਮੈਂ ਤਾਂ ਬਹੁਤ ਮੁਨਾਫਾ ਖੱਟਿਆ, ਬਹੁਤ ਪੈਸੇ ਕਮਾਏ ਨੇ। ਛੋਟੇ ਪੁੱਤਰ ਨੇ ਕਿਹਾ, ਪਿਤਾ ਜੀ ਮੈਂ ਕੋਈ ਵੀ ਪੈਸਾ ਨਹੀਂ ਕਮਾਇਆ। ਮੈਨੂੰ ਰਸਤੇ ਵਿੱਚ ਇੱਕ ਬੁੱਢਾ ਤੇ ਬੁੱਢੀ ਰੋਂਦੇ ਹੋਏ ਮਿਲੇ ਸਨ। ਮੈਨੂੰ ਉਹ ਆਪਣੇ ਹੀ ਮਾਤਾ ਪਿਤਾ ਦਾ ਰੂਪ ਜਾਪੇ। ਮੈਂ ਉਹਨਾਂ ਦੀ ਜਾਨ ਬਚਾ ਕੇ ਉਹਨਾਂ ਦੀਆਂ ਦੁਆਵਾਂ ਅਸੀਸਾਂ ਜ਼ਰੂਰ ਕਮਾ ਲਈਆਂ ਹਨ। ਤੇ ਛੋਟੇ ਪੁੱਤ ਨੇ ਦੱਸਿਆ ਵੀ ਪਿਤਾ ਜੀ ਮੈਂ ਤਾਂ ਕੋਈ ਪੈਸੇ ਨਹੀਂ ਕਮਾਏ ਗਏ। ਮੈਨੂੰ ਤਾਂ ਇੱਕ ਬਜ਼ੁਰਗ ਅੰਕਲ ਤੇ ਆਂਟੀ ਮਿਲ ਗਏ ਸਨ, ਉਹ ਰੋਂਦੇ ਪਏ ਸਨ। ਮੈਨੂੰ ਇੰਝ ਜਾਪਿਆ ਜਿਵੇਂ ਮੇਰੇ ਆਪਣੇ ਮਾਪਿਓ ਰੋ ਰਹੇ ਹੋਣ, ਤੇ ਮੈਂ ਇੱਕ ਸਾਲ ਉਹਨਾਂ ਦੀ ਅਸੀਸਾਂ ਕਮਾਈਆਂ, ਉਹਨਾਂ ਦੀ ਸੇਵਾ ਕੀਤੀ। ਪਿਤਾ ਜੀ ਛੋਟੇ ਬੇਟੇ ਤੋਂ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਹਾ, ਬੇਟਾ ਜੀ ਪੈਸਾ ਤਾਂ ਸਾਰਾ ਜਗ ਹੀ ਕਮਾ ਰਿਹਾ ਹੈ, ਪਰ ਅਸਲ ਕਮਾਈ ਤਾਂ ਤੁਹਾਡੀ ਚੰਗਿਆਈ ਹੈ। ਛੋਟੇ ਨੇ ਚੰਗਾ ਕੰਮ ਕਰਕੇ ਜੋ ਜਸ ਖਟਿਆ ਹੈ, ਇਹ ਸਭ ਕਮਾਈਆਂ ਤੋਂ ਉੱਪਰ ਤੇ ਬੇਸ਼ਕੀਮਤੀ ਹੈ। ਇਸ ਤਰ੍ਹਾਂ ਛੋਟੇ ਕੋਲ ਵੱਡੇ ਨਾਲੋਂ ਵੱਧ ਚੰਗਿਆਈ ਹੈ, ਇਹ ਚੰਗਾ ਹੈ। ਫਿਰ ਪਿਤਾ ਜੀ ਨੇ ਵੱਡੇ ਦੇ ਸਿਰ ਉੱਪਰ ਹੱਥ ਰੱਖਦਿਆਂ ਕਿਹਾ, ਪੁੱਤਰ ਜੀ ਤੁਸੀਂ ਵੀ ਆਪਣੇ ਛੋਟੇ ਭਰਾ ਵਾਂਗ ਚੰਗੇ ਕੰਮ ਕਰਨੇ ਹਨ ਅਤੇ ਉਸ ਵਾਂਗ ਹੀ ਚੰਗਾ ਬਣ ਕੇ ਦਿਖਾਉਣਾ ਹੈ। ਤੇ ਪਿਤਾ ਜੀ ਨੂੰ ਸਮਝ ਆ ਗਿਆ ਵੀ ਛੋਟੇ ਨੇ ਜੋ ਕੰਮ ਕੀਤਾ ਉਹ ਤਾਂ ਪੈਸੇ ਕਮਾਉਣ ਨਾਲੋਂ ਵੀ ਵੱਧ ਵਧੀਆ ਹੈਗਾ। ਕਿਸੇ ਦਾ ਆਸ਼ੀਰਵਾਦ ਲੈਣਾ, ਦੁਆਵਾਂ ਖੱਟਣੀਆਂ, ਅਸੀਸਾਂ ਲੈਣੀਆਂ, ਇਹ ਤਾਂ ਸਭ ਤੋਂ ਵੱਡੀ ਚੰਗਿਆਈ ਹੈਗੀ ਹੈ। ਸਾਰੀ ਦੁਨੀਆ ਪੈਸੇ ਕਮਾ ਰਹੀ ਹੈ, ਪਰ ਆਪਾਂ ਇਹ ਮੁੱਲ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਨਸਾਨੀ ਚੀਜ਼ਾਂ, ਇਹਨਾਂ ਨੂੰ ਭੁੱਲਦੇ ਜਾ ਰਹੇ ਹਾਂ, ਵਿਸਾਰਦੇ ਜਾ ਰਹੇ ਹਾਂ। ਤੇ ਫਿਰ ਪਿਤਾ ਜੀ ਨੇ ਵੱਡੇ ਪੁੱਤ ਨੂੰ ਦੱਸਿਆ ਵੀ ਜਿਵੇਂ ਤੁਹਾਡੇ ਛੋਟੇ ਭਰਾ ਵਿੱਚ ਚੰਗਿਆਈ ਹੈਗੀ ਹੈ, ਉਵੇਂ ਹੀ ਤੁਸੀਂ ਵੀ ਕੰਮ ਕਰਨੇ। ਠੀਕ ਹੈ ਬੱਚਿਓ, ਇੱਥੇ ਹੈਗੇ ਪ੍ਰਸ਼ਨੋਤਰੀ, ਸਵਾਲ ਜਵਾਬ। ਪਹਿਲਾ ਸਵਾਲ ਹੈ, ਪਿਤਾ ਜੀ ਨੇ ਆਪਣੇ ਬੱਚਿਆਂ ਦਾ ਕਿਸ ਗੱਲ ਦਾ ਇਮਤਿਹਾਨ ਲੈਣਾ ਚਾਹਿਆ? ਪਿਤਾ ਜੀ ਨੇ ਆਪਣੇ ਬੱਚਿਆਂ ਦੀ ਚੰਗਿਆਈ ਦਾ ਇਮਤਿਹਾਨ ਲੈਣਾ ਚਾਹਿਆ। ਉਹ ਦੇਖਣਾ ਚਾਹੁੰਦੇ ਸੀ ਕਿ ਉਸਦਾ ਕਿਹੜਾ ਬੇਟਾ ਚੰਗਾ ਹੈ। ਠੀਕ ਹੈ ਬੱਚਿਓ, ਹੁਣ ਅੱਗੇ ਵਧਦੇ ਹਾਂ। ਦੂਜਾ ਸਵਾਲ ਹੈ, ਵੱਡੇ ਬੇਟੇ ਨੇ ਕੀ ਕੰਮ ਕੀਤਾ? ਵੱਡੇ ਬੇਟੇ ਨੇ ਇੱਕ ਹੱਟੀ ਜਾਂ ਦੁਕਾਨ ਪਾ ਲਈ। ਉਹ ਸ਼ਹਿਰ ਤੋਂ ਸਸਤਾ ਸਾਮਾਨ ਲਿਆ ਕੇ ਮਹਿੰਗਾ ਵੇਚਦਾ ਸੀ। ਅੱਗੇ ਚੱਲਦੇ ਹਾਂ। ਤੀਜਾ ਸਵਾਲ, ਛੋਟੇ ਬੇਟੇ ਨੇ ਕੀ ਕੰਮ ਕੀਤਾ? ਛੋਟਾ ਬੇਟਾ ਇੱਕ ਬੁੱਢਾ ਬੁੱਢੀ ਦੇ ਘਰ ਚਲਾ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਬਣ ਕੇ ਉਹਨਾਂ ਦੇ ਨਾਲ ਰਹਿਣ ਲੱਗਾ। ਉਹਨਾਂ ਦੀ ਦੇਖਭਾਲ ਕਰਨ ਲੱਗਾ। ਉਹਨਾਂ ਦੇ ਖੇਤਾਂ ਵਿੱਚ ਇਮਾਨਦਾਰੀ ਨਾਲ ਕੰਮ ਕਰਦਾ ਸੀ।
चौथा सवाल, पिताजी नू किस बेटे दा काम पसंद आया ते क्यों? पिताजी नू छोटे बेटे दा काम पसंद आया क्योंकि वो असल कमाई करके आया सी। उसने एक बुढ़ा बुढ़ी दे घर उन्हां दा बेटा बन के काम कीता ते उन्हां दी देखभाल कीती। इस तो छोटे बेटे दी चंगियाई दा पता लगता है। ਨੋਟ, ਅਧਿਆਪਕ ਬੱਚਿਆਂ ਤੋਂ ਕਲਾਸ ਵਿੱਚ ਹੇਠ ਲਿਖੀਆਂ ਕਿਰਿਆਵਾਂ ਕਰਵਾਵੇਗਾ। ਸਮੇਂ ਅਨੁਸਾਰ ਇਸ ਤਰ੍ਹਾਂ ਦੀਆਂ ਹੋਰ ਕਿਰਿਆਵਾਂ ਵੀ ਕਰਵਾਈਆਂ ਜਾ ਸਕਦੀਆਂ ਹਨ। ਦੇਖਦੇ ਹਾਂ ਅਧਿਆਪਕ ਤੁਹਾਡੇ ਤੋਂ ਕਿਹੜੇ ਕੰਮ ਕਰਵਾਉਣਗੇ। ਕਿਰਿਆਵਾਂ ਊੜਾ, ਵੱਡੇ ਬੱਚਿਆਂ ਤੋਂ ਛੋਟੇ ਬੱਚਿਆਂ ਦੀਆਂ ਕਾਪੀਆਂ ਕਿਤਾਬਾਂ ਉੱਪਰ ਜਿਲਦਾਂ ਚੜਵਾਉਣੀਆਂ। ਵੱਡੇ ਬੱਚੇ ਛੋਟੇ ਬੱਚੇ ਦੀਆਂ ਕਾਪੀਆਂ ਕਿਤਾਬਾਂ ਦੇ ਉੱਤੇ ਕਵਰ ਚੜਾਉਣਗੇ। ਐੜਾ, ਵੱਡੇ ਬੱਚਿਆਂ ਦੁਆਰਾ ਛੋਟੇ ਬੱਚਿਆਂ ਨੂੰ ਪੜ੍ਹਾਈ ਕਰਵਾਉਣਾ ਤੇ ਵੱਡੇ ਬੱਚੇ ਛੋਟੇ ਬੱਚਿਆਂ ਨੂੰ ਪੜ੍ਹਾਉਣਗੇ ਵੀ ਕੁਝ ਨਾ ਕੁਝ। ਠੀਕ ਹੈ, ਰਲ ਮਿਲ ਕੇ ਰਹਿਣ ਦੇ ਤਰੀਕੇ। ਤੇ ਜੇ ਤੁਹਾਡੇ ਅਧਿਆਪਕ ਚਾਹਣ ਤਾਂ ਹੋਰ ਵੀ ਕਿਰਿਆਵਾਂ ਹੋ ਸਕਦੀਆਂ ਇਵੇਂ ਹੀ। ਐੜਾ, ਮੈਂ ਕਿਵੇਂ ਮਦਦ ਕਰਦਾ ਹਾਂ? ਇਹ ਵੀ ਇੱਕ ਵਧੀਆ ਸਵਾਲ ਹੈ, ਕਿਵੇਂ ਮਦਦ ਕੀਤੀ ਜਾਏ, ਕੀ ਕਹਾਣੀ ਹੈ? ਆਓ ਦੇਖੀਏ। ਅਧਿਆਪਕ, ਮਦਦ ਕਰਨ ਨਾਲ ਸੰਬੰਧਿਤ ਆਪਣੇ ਨਾਲ ਜਾਂ ਕਿਸੇ ਸਾਥੀ ਨਾਲ ਵਾਪਰੀ ਕੋਈ ਵੀ ਘਟਨਾ ਬੱਚਿਆਂ ਨਾਲ ਸਾਂਝੀ ਕਰ ਸਕਦਾ ਹੈ ਜਾਂ ਹੇਠ ਲਿਖੀ ਘਟਨਾ ਬੱਚਿਆਂ ਨੂੰ ਮੌਖਿਕ ਰੂਪ ਵਿੱਚ ਸੁਣਾ ਸਕਦਾ ਹੈ। ਹੁਣ ਅਧਿਆਪਕ ਮਦਦ ਕਰਨ ਵਜੋਂ ਜਿਹੜੀ ਵੀ ਗੱਲ ਆਪਣੇ ਆਪ ਨਾਲ ਵਾਪਰੀ ਹੈ ਜਾਂ ਆਲੇ ਦੁਆਲੇ ਕਿਸੇ ਨਾਲ ਵਾਪਰੀ ਹੈ ਉਹ ਦੱਸ ਸਕਦੇ ਨੇ, ਜਾਂ ਫਿਰ ਹੇਠ ਲਿਖੀ ਜਿਹੜੀ ਗੱਲ ਹੈਗੀ ਹੈ ਉਹ ਸੁਣਾ ਸਕਦੇ ਨੇ ਘਟਨਾ। ਆਓ ਦੇਖੀਏ। ਮੈਨੂੰ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦਿਆਂ 2-3 ਦਿਨ ਹੀ ਹੋਏ ਸਨ। ਹੁਣ ਸਰਦੀ ਦੀ ਰੁੱਤ ਅਲਵਿਦਾ ਆਖ ਰਹੀ ਸੀ। ਇੱਕ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਤੇ ਦੁਬਾਰਾ ਠੰਡ ਹੋ ਗਈ। ਅਸੀਂ ਬਿਨਾਂ ਕੋਟੀਆਂ ਵਾਲੇ ਬੱਚੇ ਖੜੇ ਕਰ ਲਏ। ਜਿਹੜੇ ਬੱਚੇ ਕੋਟੀਆਂ ਨਹੀਂ ਪਾ ਕੇ ਆਏ ਸਨ ਉਹ ਕੋਟੀਆਂ ਪਾ ਕੇ ਆਉਣ ਲਈ ਘਰ ਭੇਜ ਦਿੱਤੇ। 2 ਕੁੜੀਆਂ ਅਜੇ ਵੀ ਖੜੀਆਂ ਸਨ। ਬੇਟਾ, ਤੁਸੀਂ ਵੀ ਘਰ ਜਾ ਕੇ ਕੋਟੀਆਂ ਪਾ ਕੇ ਆਓ, ਮੈਂ ਕਿਹਾ। ਤੇ ਅਧਿਆਪਕ ਨੇ ਹਲੇ ਆਪਣਾ ਕੰਮ ਸ਼ੁਰੂ ਹੀ ਕੀਤਾ ਸੀ, ਪੜ੍ਹਾਉਣ ਦਾ ਸਫ਼ਰ। ਤੇ ਉਹਨਾਂ ਨੇ ਕਿਹਾ ਵੀ ਠੰਡ ਦੀ ਜਿਹੜੀ ਰੁੱਤ ਸੀ ਉਹ ਖਤਮ ਹੋਣ ਵਾਲੀ ਸੀ ਤੇ ਇੱਕਦਮ ਨਾਲ ਇੱਕ ਦਿਨ ਬਾਰਿਸ਼ ਹੋ ਗਈ ਤੇ ਠੰਡ ਵਾਪਸ ਆ ਗਈ। ਤੇ ਅਸੀਂ ਜਿਹੜੇ ਬੱਚੇ ਕੋਟੀਆਂ ਪਾ ਕੇ ਨਹੀਂ ਆਏ ਸਨ ਉਹਨਾਂ ਨੂੰ ਖੜੇ ਕਰਕੇ ਵਾਪਸ ਘਰ ਭੇਜਤਾ ਵੀ ਤੁਸੀਂ ਬੇਟਾ ਜਾ ਕੇ ਕੋਟੀਆਂ ਪਾ ਕੇ ਵਾਪਸ ਆ ਜਾਓ ਤਾਂ ਜੋ ਤੁਹਾਨੂੰ ਠੰਡ ਨਾ ਲੱਗ ਜਾਏ, ਤੁਸੀਂ ਬਿਮਾਰ ਨਾ ਹੋ ਜਾਓ। ਇੰਨੇ ਨੂੰ ਪਤਾ ਲੱਗਿਆ ਵੀ 2 ਕੁੜੀਆਂ ਤਾਂ ਅਜੇ ਵੀ ਖੜੀਆਂ ਨੇ ਤੇ ਜਿਹੜੇ ਅਧਿਆਪਕ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਘਰ ਜਾਓ, ਕੋਟੀਆਂ ਪਾ ਕੇ ਆਓ। ਸਾਡੇ ਕੋਲ ਹੈ ਹੀ ਨਹੀਂ ਸਰ ਜੀ। ਕੋਈ ਗੱਲ ਨਹੀਂ, ਜੇ ਵਰਦੀ ਵਾਲੀ ਨਹੀਂ ਤਾਂ ਕੋਈ ਹੋਰ ਪਾ ਆਓ,
मैं फिर कहा ते वो दोवें कुड़ियां ने दस्सिया भी साडे कोल तां कोटी है ही नहीं सर जी। ते अध्यापक ने कहा भी कोई गल नहीं, घबराने वाली केड़ी गल है, जे स्कूल दी वर्दी दी कोटी नहीं हैगी है तुसी कोई होर पाओ। साडे कोल कोई भी नहीं, दोवां विचों एक कुड़ी बोली। ते इन्ने नूं दोवां विचों एक कुड़ी बोली भी अध्यापक जी साडे कोल तां कोई भी कोटी नहीं है। बेटा तुसी सारा साल इसे तरह आउंदियां रहियां। ਉਹ ਕੁੜੀਆਂ ਵੱਡੇ ਸ਼ਾਲਾ ਦੀਆਂ ਬੁਕਲਾਂ ਇਸ ਤਰ੍ਹਾਂ ਮਾਰ ਲੈਂਦੀਆਂ ਸਨ ਕਿ ਹੇਠੋਂ ਇਹ ਨਜ਼ਰ ਨਹੀਂ ਆਉਂਦਾ ਸੀ ਕਿ ਕੋਟੀ ਪਾਈ ਹੋਈ ਹੈ ਜਾਂ ਨਹੀਂ। ਉਹਨਾਂ ਬੱਚਿਆਂ ਨੇ ਨੀਵੀਂ ਪਾ ਲਈ ਤੇ ਅਧਿਆਪਕ ਨੂੰ ਪਤਾ ਚੱਲਿਆ ਵੀ ਸਾਰੀ ਸਰਦੀਆਂ ਇੰਜੀ ਲੰਘ ਗਈਆਂ, ਦੋਵਾਂ ਕੋਲ ਕੋਟੀਆਂ ਨਹੀਂ ਸੀ ਤੇ ਵਿਚਾਰੀਆਂ ਠੰਡ ਵਿੱਚ ਆਂਦੀ ਰਹੀਆਂ ਸ਼ਾਲ ਨੂੰ ਬੁੱਕਲ ਜੀ ਮਾਰ ਕੇ, ਜਿਹਦੇ ਥੱਲੇ ਕੀ ਪਾਇਆ ਕੀ ਨਹੀਂ ਪਾਇਆ ਪਤਾ ਵੀ ਨਹੀਂ ਲੱਗਦਾ। ਤੇ ਦੋਵਾਂ ਨੇ ਨੀਵੀਂ ਜਿਹੀ ਪਾ ਲਈ ਸ਼ਰਮਸਾਰ ਹੋ ਕੇ। ਮੈਂ ਫੇਰ ਪੁੱਛਿਆ ਬੇਟਾ ਤੁਸੀਂ ਸਾਰਾ ਸਾਲ ਇੰਜ ਹੀ ਕੱਢ ਦਿੱਤਾ, ਪਹਿਲਾਂ ਕਿਉਂ ਨਾ ਦੱਸਿਆ। ਮੇਰਾ ਮਨ ਬੜਾ ਦੁਖੀ ਹੋਇਆ ਤੇ ਅਧਿਆਪਕ ਨੇ ਬੱਚਿਆਂ ਨੂੰ ਪੁੱਛਿਆ ਵੀ ਪੁੱਤ ਤੁਸੀਂ ਸਾਰਾ ਸਾਲ ਇੰਜ ਹੀ ਲੰਘਾ ਦਿੱਤਾ, ਕੀ ਗੱਲ ਹੋ ਗਈ, ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਤੇ ਅਧਿਆਪਕ ਜੀ ਬਹੁਤ ਦੁਖੀ ਹੋਏ। ਅਗਲੇ ਦਿਨ ਮੈਂ ਉਹਨਾਂ ਕੁੜੀਆਂ ਨੂੰ ਸਭ ਤੋਂ ਸੋਹਣੀਆਂ 2 ਕੋਟੀਆਂ ਲਿਆ ਕੇ ਦੇ ਦਿੱਤੀਆਂ। ਕੁੜੀਆਂ ਨੂੰ ਦਫ਼ਤਰ ਬੁਲਾ ਕੇ ਕਿਹਾ ਲਓ ਪੁੱਤਰ, ਹੁਣ ਮੈਂ ਤੁਹਾਡੇ ਲਈ ਸਭ ਤੋਂ ਸੋਹਣੀਆਂ ਕੋਟੀਆਂ ਲੈ ਕੇ ਦੇ ਦਿੱਤੀਆਂ ਨੇ, ਇਸ ਦੇ ਬਦਲੇ ਤੁਸੀਂ ਮੇਰੇ ਲਈ, ਆਪਣੇ ਲਈ ਤੇ ਆਪਣੇ ਘਰਦਿਆਂ ਲਈ ਸਭ ਤੋਂ ਸੋਹਣੇ ਨੰਬਰ ਲੈਣ ਦੀ ਕੋਸ਼ਿਸ਼ ਕਰਨਾ। ਤੇ ਅਧਿਆਪਕ ਨੇ ਦੱਸਿਆ ਵੀ ਮੈਂ 2 ਕੋਟੀਆਂ ਵਧੀਆ ਜੀਆਂ ਸੋਹਣੀਆਂ ਜੀਆਂ ਦੋਵਾਂ ਲਈ ਲੈ ਲਿੱਤੀਆਂ ਤੇ ਅਗਲੇ ਦਿਨ ਦਫ਼ਤਰ ਵਿੱਚ ਬੁਲਾ ਕੇ ਦੋਵਾਂ ਨੂੰ ਕੋਟੀਆਂ ਦਿੱਤੀਆਂ ਤੇ ਇਹ ਵਚਨ ਲਿਆ ਵੀ ਤੁਸੀਂ ਹੁਣ ਆਪਣੇ ਲਈ, ਆਪਣੇ ਮਾਪਿਆਂ ਲਈ ਤੇ ਮੇਰੇ ਲਈ ਕੋਟੀਆਂ ਦੇ ਬਦਲੇ ਵਧੀਆ ਨੰਬਰ ਲੈ ਕੇ ਆਣੇ ਨੇ। ਠੀਕ ਹੈ ਬੱਚਿਓ, ਅੱਗੇ ਹੈਗਾ ਪ੍ਰਸ਼ਨੋਤਰੀ। ਪਹਿਲਾ, ਕਦੀ ਤੁਸੀਂ ਕਿਸੇ ਦੀ ਮਦਦ ਕੀਤੀ ਹੈ। ਜੀ ਹਾਂ, ਮੈਂ ਤਾਂ ਕੀਤੀ ਹੈ। ਦੂਜਾ, ਬੱਚਿਓ ਤੁਹਾਡੇ ਦੁਆਰਾ ਕਿਸੇ ਦੀ ਵੀ ਕੀਤੀ ਗਈ ਕੋਈ ਇੱਕ ਮਦਦ ਦੱਸੋ। ਮੈਂ ਤਾਂ ਜੀ ਇੱਕ ਨੇਤਰਹੀਨ ਔਰਤ ਨੂੰ ਸੜਕ ਪਾਰ ਕਰਨ ਵਿੱਚ ਸਹਾਇਤਾ ਕੀਤੀ। ਆਪਾਂ ਲਿਖ ਦਿੰਦੇ ਹਾਂ ਮੈਂ ਨੇਤਰਹੀਨ ਔਰਤ ਨੂੰ ਸੜਕ ਪਾਰ ਕਰਨ ਵਿੱਚ ਸਹਾਇਤਾ ਕੀਤੀ। ਤੀਜਾ ਸਵਾਲ, ਤੁਸੀਂ ਸਹਿਯੋਗ ਕਿਵੇਂ ਕਰਦੇ ਹੋ। ਮੈਂ ਤਾਂ ਜੀ ਲੋੜਵੰਦਾਂ ਦੀ ਮਦਦ ਕਰਦਾ ਹਾਂ ਤੇ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਵੀ ਮਦਦ ਕਰਦਾ ਹਾਂ। ਆ ਵੇਖੋ, ਸਹਿਯੋਗ ਕਰਦੇ ਹੋਏ ਛੋਟੇ ਜਾਂ ਵੱਡਿਆਂ ਦੀ ਮਦਦ ਕਰਨਾ, ਜੋ ਗਿਰ ਗਏ ਉਹਨਾਂ ਨੂੰ ਚੱਕਣਾ, ਸੜਕ ਪਾਰ ਕਰਾਉਣਾ, ਬਜ਼ੁਰਗਾਂ ਦੀ ਇੱਜ਼ਤ ਕਰਨਾ, ਉਹਨਾਂ ਨੂੰ ਲੋੜ ਦੀਆਂ ਚੀਜ਼ਾਂ ਲਿਆ ਕੇ ਦੇਣਾ, ਇਹ ਸਾਰਾ ਸਹਿਯੋਗ ਕਰਨ ਦੇ ਵਿੱਚ ਹੀ ਆਉਂਦਾ ਹੈ। ਹੁਣ ਪੜ੍ਹਨ ਜਾ ਰਹੇ ਹਾਂ ਬੱਚਿਓ ਆਪਾਂ ਕਵਿਤਾ। ਦੇਖਦੇ ਹਾਂ। ਮੰਮੀ ਰੋਟੀ ਬਣਾਉਂਦੀ ਹੈ, ਭਾਂਡੇ ਮੈਂ ਫੜਾਉਂਦਾ ਹਾਂ। ਮੰਮੀ ਰੋਟੀ ਬਣਾਉਂਦੀ ਹੈ, ਆ ਦੇਖੋ ਮੈਂ ਭਾਂਡੇ ਫੜਾਉਂਦਾ ਹਾਂ। ਡੈਡੀ ਕੰਮ ਤੋਂ ਆਉਂਦੇ ਨੇ, ਪਾਣੀ ਮੈਂ ਲਿਆਉਂਦਾ ਹਾਂ। ਤੇ ਜਦ ਡੈਡੀ ਪਿਤਾ ਜੀ ਕੰਮ ਤੋਂ ਆਉਂਦੇ ਨੇ, ਉਹਨਾਂ ਨੂੰ ਪਾਣੀ ਮੈਂ ਪਿਆਉਂਦਾ ਹਾਂ। ਪਾਪਾ ਖੁਸ਼ ਹੋ ਜਾਂਦੇ ਨੇ, ਫਿਰ ਕਨੇੜੇ ਚੜਦਾ ਹਾਂ, ਮੈਂ ਇਨ ਸਹਿਯੋਗ ਕਰਦਾ ਹਾਂ। ਤੇ ਫਿਰ ਪਿਤਾ ਜੀ ਖੁਸ਼ ਹੋ ਜਾਂਦੇ ਨੇ, ਮੈਨੂੰ ਕਨੇੜੇ ਚੱਕ ਲੈਂਦੇ ਨੇ। ਇੱਥੇ ਕਨੇੜੇ ਚੱਕਣਾ ਜਾਨੀ ਕਿ ਇੱਥੇ ਬਿਠਾ ਦੇਣਾ। ਤੇ ਇੰਜ ਮੈਂ ਆਪਣੇ ਘਰਦਿਆਂ ਦਾ ਸਹਿਯੋਗ ਕਰਦਾ ਹਾਂ, ਮਦਦ ਕਰਦਾ ਹਾਂ। ਦਾਦਾ ਜੀ ਨੇ ਕਿਤੇ ਜਾਣਾ ਹੋਵੇ, ਸਿਰ ਵਿੱਚ ਤੇਲ ਲਗਾਉਣਾ ਹੋਵੇ, ਨਵਾਂ ਸੂਟ ਕੋਈ ਪਾਣਾ ਹੋਵੇ, ਮੈਂ ਲਿਆ ਕੇ ਕੋਲੇ
ਕਰਦਾ ਹਾਂ, ਮੈਂ ਇੰਜ ਸਹਿਯੋਗ ਕਰਦਾ ਹਾਂ। ਤੇ ਬਜ਼ੁਰਗਾਂ ਦੀ ਗੱਲ ਕੀਤੀ ਜਾਏ ਤੇ ਦਾਦਾ ਜੀ ਨੇ ਕਿਤੇ ਜਾਣਾ ਹੋਏ, ਸਿਰ ਤੇ ਤੇਲ ਲਗਵਾਉਣਾ ਹੋਏ ਜਾਂ ਕੋਈ ਨਵਾਂ ਸੂਟ ਪਾਣਾ ਹੋਏ, ਮੈਂ ਉਹਨਾਂ ਨੂੰ ਸਾਰਾ ਸਮਾਨ ਲਿਆ ਕੇ ਦਿੰਦਾ, ਉਹਨਾਂ ਦੀ ਮਦਦ ਕਰਦਾ, ਇੱਜ਼ਤ ਵੀ ਕਰਦਾ ਤੇ ਇੰਜ ਕਰਕੇ ਮੈਂ ਉਹਨਾਂ ਦਾ ਸਹਿਯੋਗ ਕਰਦਾ ਹਾਂ। ਅਧਿਆਪਕ ਨੇ ਕੁਝ ਸਿਖਾਉਣਾ ਹੋਵੇ, ਸਾਨੂੰ ਪੜ੍ਹਨੇ ਪਾਉਣਾ ਹੋਵੇ, ਕੰਮ ਚੈੱਕ ਕਰਵਾਉਣਾ ਹੋਵੇ ਜਾਂ ਪੜ੍ਹ ਕੇ ਕੁਝ ਸੁਣਾਉਣਾ ਹੋਵੇ, ਮੈਂ ਉੱਚੀ ਉੱਚੀ ਪੜ੍ਹਦਾ ਹਾਂ, ਮੈਂ ਇਨ ਸਹਿਯੋਗ ਕਰਦਾ ਹਾਂ। ਤੇ ਜੇ ਸਕੂਲ ਦੀ ਗੱਲ ਕੀਤੀ ਜਾਏ ਤਾਂ ਅਧਿਆਪਕ ਜੀ ਨੇ ਜੇ ਕੁਝ ਸਿਖਾਉਣਾ ਹੋਵੇ ਜਾਂ ਸਾਨੂੰ ਪੜ੍ਹਨੇ ਲਾਉਣਾ ਹੋਏ ਜਾਂ ਮੰਨ ਲਓ ਉਹਨਾਂ ਨੇ ਸਾਡੀਆਂ ਕਾਪੀਆਂ ਚੈੱਕ ਕਰਨੀਆਂ ਹੋਣ ਤਾਂ ਫਿਰ ਮੈਂ ਉੱਚੀ ਉੱਚੀ ਪਾਠ ਪੜ੍ਹ ਕੇ ਬਾਕੀ ਸਾਰੇ ਬੱਚਿਆਂ ਨੂੰ ਸੁਣਾਉਂਦਾ ਹਾਂ। ਮੈਂ ਇੰਜ ਆਪਣੇ ਅਧਿਆਪਕ ਦੀ ਮਦਦ ਕਰਦਾ ਹਾਂ ਤੇ ਸਕੂਲ ਵਿੱਚ ਸਹਿਯੋਗ ਕਰਦਾ ਹਾਂ। ਘਰ ਦਾ ਹੋਵੇ, ਬੇਗਾਨਾ ਹੋਵੇ, ਚਾਚਾ ਤਾਇਆ ਮਾਮਾ ਹੋਵੇ, ਮੈਂ ਗੱਲ ਕਿਸੇ ਦੀ ਮੋੜਾ ਨਾ, ਕਿਸੇ ਦਾ ਵੀ ਦਿਲ ਤੋੜਾ ਨਾ। ਜੋ ਰਾਹ ਦੱਸਿਆ ਇਹ ਗੁਰੂਆਂ ਨੇ, ਮੈਂ ਪੌੜੀ ਪੌੜੀ ਚੜ੍ਹਦਾ ਹਾਂ, ਮੈਂ ਇੰਜ ਸਹਿਯੋਗ ਕਰਦਾ ਹਾਂ। ਤੇ ਉਹ ਬੱਚਾ ਕਹਿੰਦਾ ਕਵਿਤਾ ਵਿੱਚ ਵੀ ਘਰ ਦਾ ਕੋਈ ਮੈਂਬਰ ਹੋਏ ਜਾਂ ਬਾਹਰਲਾ, ਤਾਇਆ ਚਾਚਾ ਹੋਏ ਜਾਂ ਮਾਮਾ ਹੋਏ, ਮੈਂ ਕਿਸੇ ਦਾ ਵੀ ਕਹਾ ਮੋੜਦਾ ਨਹੀਂ, ਕਿਸੇ ਦਾ ਵੀ ਦਿਲ ਤੋੜਦਾ ਨਹੀਂ, ਸਭ ਦੀ ਇੱਜ਼ਤ ਸਤਿਕਾਰ ਕਰਦਾ, ਮਦਦ ਕਰਦਾ। ਤੇ ਜੋ ਰਾਹ ਸਾਨੂੰ ਗੁਰੂਆਂ ਨੇ ਪਾਇਆ ਹੈ ਮੈਂ ਉਸੇ ਰਾਹ ਤੇ ਪੌੜੀ ਪੌੜੀ ਕਰਕੇ ਚੜਨ ਦੀ ਕੋਸ਼ਿਸ਼ ਕਰ ਰਿਹਾ, ਵਧੀਆ ਮਨੁੱਖ ਬਣਨ ਦੀ ਵੀ ਕੋਸ਼ਿਸ਼ ਕਰ ਰਿਹਾ ਤੇ ਮੈਂ ਇੰਜ ਸਭ ਦਾ ਸਹਿਯੋਗ ਕਰਦਾ ਹਾਂ। ਠੀਕ ਹੈ ਬੱਚਿਓ, ਅੱਗੇ ਹੈਗੇ ਪ੍ਰਸ਼ਨੋਤਰੀ ਸਵਾਲ ਜਵਾਬ। ਪਹਿਲਾ, ਬੱਚਾ ਘਰ ਵਿੱਚ ਕਿਵੇਂ ਸਹਿਯੋਗ ਕਰਦਾ ਹੈ? ਬੱਚਾ ਘਰ ਵਿੱਚ ਮਾਂ ਬਾਪ ਦੇ ਛੋਟੇ ਮੋਟੇ ਕੰਮ ਕਰਕੇ ਸਹਿਯੋਗ ਕਰਦਾ ਹੈ, ਜਿਵੇਂ ਆਪਣੀ ਮਾਂ ਨੂੰ ਭਾਂਡੇ ਫੜਾਉਣਾ, ਪਿਤਾ ਜੀ ਦੇ ਕੰਮ ਤੋਂ ਵਾਪਸ ਆਉਣ ਤੇ ਪੀਣ ਲਈ ਪਾਣੀ ਦੇਣਾ, ਦਾਦਾ ਜੀ ਦੇ ਸਿਰ ਨੂੰ ਤੇਲ ਲਗਾਉਣਾ, ਉਹਨਾਂ ਨੂੰ ਪਹਿਨਣ ਲਈ ਕੱਪੜੇ ਦੇਣਾ, ਸਭ ਦਾ ਸਤਿਕਾਰ ਕਰਨਾ, ਆਗਿਆ ਦਾ ਪਾਲਣ ਕਰਨਾ ਆਦਿ। ਆਓ ਇਹਨੂੰ ਲਿਖ ਲਈਏ। ਠੀਕ ਹੈ ਬੱਚਿਓ, ਹੁਣ ਆਪਾਂ ਅੱਗੇ ਵਧਦੇ ਹਾਂ। ਦੂਜਾ ਸਵਾਲ, ਬੱਚਾ ਸਕੂਲ ਵਿੱਚ ਕਿਵੇਂ ਸਹਿਯੋਗ ਕਰਦਾ ਹੈ? ਬੱਚਾ ਅਧਿਆਪਕ ਦਾ ਕਹਿਣਾ ਮੰਨਦਾ ਹੈ, ਉਹਨਾਂ ਦਾ ਸਤਿਕਾਰ ਕਰਦਾ ਹੈ ਅਤੇ ਸਕੂਲ ਦਾ ਕੰਮ ਸਹੀ ਤਰੀਕੇ ਨਾਲ ਸਮੇਂ ਸਿਰ ਕਰਕੇ ਸਹਿਯੋਗ ਕਰਦਾ ਹੈ।
ਅੱਗੇ ਤੀਜਾ ਸਵਾਲ, ਉਹ ਦਾਦਾ ਜੀ ਦੀ ਕਿਵੇਂ ਸੇਵਾ ਕਰਦਾ ਹੈ? ਬੱਚਾ ਦਾਦਾ ਜੀ ਦੇ ਸਿਰ ਤੇ ਤੇਲ ਲਗਾ ਕੇ ਅਤੇ ਪਹਿਨਣ ਲਈ ਕੱਪੜੇ ਲਿਆ ਕੇ ਦਿੰਦਾ ਹੈ। ਇਸ ਤਰ੍ਹਾਂ ਉਹ ਦਾਦਾ ਜੀ ਦੀ ਸੇਵਾ ਕਰਦਾ ਹੈ। चौथा सवाल, ਉਹ ਸਿਰਫ ਘਰ ਵਾਲਿਆਂ ਦਾ ਹੀ ਸਹਿਯੋਗ ਕਰਦਾ ਹੈ ਜਾਂ ਸਭ ਦਾ ਸਹਿਯੋਗ ਕਰਦਾ ਹੈ? ਉਹ ਸਭ ਦਾ ਸਹਿਯੋਗ ਕਰਦਾ ਹੈ, ਸਭ ਦੀ ਮਦਦ ਕਰਦਾ ਹੈ। ਅੱਗੇ ਹੈ ਨੋਟ, ਅਧਿਆਪਕ ਬੱਚਿਆਂ ਨੂੰ ਕਹੇਗਾ ਕਿ ਤੁਸੀਂ ਵੀ ਸਭ ਦਾ ਸਹਿਯੋਗ ਕਰਨਾ ਹੈ। ਮੈਨੂੰ ਵੀ ਦੱਸਣਾ ਹੈ ਕਿ ਤੁਸੀਂ ਕਿਸ ਕਿਸ ਦਾ ਕਿਵੇਂ ਸਹਿਯੋਗ ਕੀਤਾ। ਇੱਥੇ ਬੱਚੇ ਦੱਸਣਗੇ ਵੀ ਉਹਨਾਂ ਨੇ ਕਿਵੇਂ ਕਿਸ ਕਿਸ ਦਾ ਸਹਿਯੋਗ ਕੀਤਾ। ਮੰਨ ਲਓ ਕਿਸੇ ਬਜ਼ੁਰਗ ਦੀ ਮਦਦ ਕੀਤੀ, ਲੋੜਵੰਦਾਂ ਦੀ ਮਦਦ ਕੀਤੀ, ਮਾਪਿਆਂ ਦੀ ਮਦਦ ਕੀਤੀ, ਛੋਟੇ ਭੈਣ ਭਰਾ ਦੀ ਮਦਦ ਕੀਤੀ। ਤੁਸੀਂ ਉਹ ਲਿਖ ਕੇ ਆਪਣੇ ਅਧਿਆਪਕ ਨੂੰ ਦਿਖਾ ਸਕਦੇ ਹੋ। ਠੀਕ ਹੈ ਬੱਚਿਓ, ਇਹ ਹੋ ਗਿਆ ਅੱਜ ਦਾ ਪਾਠ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ। ਹੁਣ ਆਪਾਂ ਮਿਲਾਂਗੇ ਅਗਲੀ ਕਲਾਸ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ।